ਪੰਡਿਤ ਪੂਰਨ ਚੰਦ। ਇਹ ਪੂਰਨ ਚੰਦ ਪੰਡਿਤ ਜੋ ਫੌਜੀ ਪੈਨਸ਼ਨ ਸੀ, ਚੰਗਾ ਵੈਸ਼ਨਵ ਖਿਆਲੀ ਤੇ ਪ੍ਰਭੂ ਭਗਤ ਸੀ। ਇਸਨੇ ਜਦੋਂ 1955 ਈਸਵੀ ਨੂੰ ਪਹਿਲੀ ਵਾਰ ਸੰਤ ਜੀ ਮਹਾਰਾਜ ਦਾ ਆਪਣੇ ਪਿੰਡ ਰੰਗੂਵਾਲ ਦੀਵਾਨ ਦੇ ਸਮੇਂ ਦਰਸ਼ਨ ਕੀਤਾ, ਦੇਸ ਕਾਲ ਭੁੱਲ ਗਿਆ। ਦੁਰਾਨੀ ਚਿਹਰਾ, ਚੌੜਾ ਮਸਤਕ, ਕਟਾਰਿਆਂ ਵਰਗੇ ਸੁੰਦਰ ਨੇਤਰ, ਚਿਕਾਂਤਾ ਸਹਿਤ, ਸੀਸ ਦੇ ਘੁੰਗਰਾਲੇ ਕੇਸ, ਲੰਮੀਆਂ ਭੁਜਾਂ ਤੇ ਸਰੀਰ ਦੇ ਕੱਦ ਹੂ-ਬਹੂ ਪਿਛਲੇ ਸਮੇਂ ਦੇ ਹੋ ਗੁਜ਼ਰੇ ਅਵਤਾਰਾਂ ਤੇ ਪੈਗੰਬਰਾਂ ਦੀਆਂ ਪ੍ਰਤੱਖ ਨਿਸ਼ਾਨੀਆਂ ਦਰਸਾ ਰਿਹਾ ਸੀ। ਜਦੋਂ ਕੀਰਤਨ ਸੁਣਿਆ ਫਿਰ ਤਾਂ ਇਸ ਨੂੰ ਮਸਤੀ ਹੀ ਚੜ੍ਹ ਗਈ। ਬਸ ਪਹਿਲੀ ਧਾਰਨਾ ਪੜ੍ਹਨ ਨਾਲ ਹੀ ਝੂਮਣ ਲੱਗ ਪਿਆ। ਇਸ ਮਸਤੀ ਵਿੱਚ ਨੇਤਰ ਬੰਦ ਹੋ ਗਏ। ਆਪਣੇ ਇਸ਼ਟ ਭਗਵਾਨ ਰਾਮਚੰਦ ਜੀ ਦਾ ਧਿਆਨ ਧਾਰਨ ਕਰ ਲਿਆ। ਇਹ ਕੀਰਤਨ ਹੁੰਦਾ ਰਿਹਾ, ਸਾਜ਼ ਸੁਣਦੇ ਰਹੇ। ਜਦੋਂ ਇਸਨੇ ਨੇਤਰ ਖੋਲੇ ਤਾਂ ਸਾਹਮਣੇ ਬਾਜੇ ਦੀਆਂ ਸੁਰਾਂ ਤੇ ਵੀ ਉਹ ਧਨੁਸ਼ ਧਾਰੀ ਰਾਮਚੰਦਰ ਜੀ ਆਪਣੀਆਂ ਕੋਮਲ ਤੇ ਲੰਮੀਆਂ ਉਂਗਲਾਂ ਫੇਰਦੇ ਦ੍ਰਿਸ਼ਟੀ ਆਏ, ਜਿਨ੍ਹਾਂ ਦੇ ਸੱਜੇ ਹੱਥ ਵਿੱਚ ਧਨੁਸ਼ ਤੇ ਖਿੱਚਣ ਨਾਲ ਪ੍ਰਤੱਖ ਅਟਣ ਪਏ ਦਿਸ ਰਹੇ ਸਨ। ਇਸਨੇ ਹੈਰਾਨਗੀ ਨਾਲ ਫੇਰ ਨੇਤਰ ਬੰਦ ਕਰ ਲਏ ਅਤੇ ਮੁਰਲੀ ਮਨੋਹਰ ਬਾਂਸਰੀ ਵਾਲੇ ਦੇ ਧਿਆਨ ਦੀਆਂ ਗੱਲਾਂ ਵਿੱਚ ਮਤਭੇਦ ਹੈ, ਪਰ ਸਿਧਾਂਤ ਦੋਹਾਂ ਦਾ ਇੱਕੋ ਹੈ। ਇਸਨੇ ਹੈਰਾਨਗੀ ਨਾਲ ਫੇਰ ਨੇਤਰ ਬੰਦ ਕਰ ਲਏ ਅਤੇ ਮੁਰਲੀ ਮਨੋਹਰ ਬਾਂਸਰੀ ਵਾਲੇ ਦੇ ਧਿਆਨ ਵਿੱਚ ਮਗਨ ਹੋ ਗਿਆ। ਬਾਜੇ ਦੀਆਂ ਮਿੱਠੀਆਂ ਸੁਰਾਂ ਕਾਨ ਦੀ ਬਾਂਸਰੀ ਨੂੰ ਮਾਤ ਪਾਉਂਦੀਆਂ ਸਨ, ਜਿਸ ਨੂੰ ਸੁਣ ਕੇ ਵਿਰੋਧੀ ਜਾਨਵਰ ਵੀ ਆਪਣਾ ਵੈਰ ਭਾਵ ਤਿਆਗ ਕੇ ਉਦਾਲੇ ਆ ਖੜੋਂਦੇ। ਜਦੋਂ ਇਸਨੇ ਫੇਰ ਸਾਹਮਣੇ ਪਾਸੇ ਤੱਕਿਆ ਤਾਂ ਪ੍ਰਤੱਖ ਹੀ ਸਾਹਮਣੇ ਪੀਤ ਵਸਨ, ਕੁੰਦ ਦਸਨ, ਮੋਰ ਮੁਕਟ ਧਾਰੀ ਕ੍ਰਿਸ਼ਨ ਮਹਾਰਾਜ ਹੀ ਕੀਰਤਨ ਕਰਦੇ ਦਿਸੇ। ਬੜਾ ਹੈਰਾਨ ਹੋਇਆ। ਸੋਚਦਾ ਹੈ ਕੀ ਕਾਰਨ। ਅਖੀਰ ਨੂੰ ਪ੍ਰਤੱਖ ਨਿਸ਼ਚਾ ਹੋ ਗਿਆ ਕਿ ਮੇਰਾ ਪ੍ਰਭੂ ਹੀ ਭਗਤ ਬਤਸਲ ਇਸ ਰੂਪ ਵਿੱਚ ਜੀਵਾਂ ਦੀ ਕਲਿਆਣ ਕਰ ਰਿਹਾ ਹੈ। ਇਸ ਜਗ੍ਹਾ ਕਈ ਦੀਵਾਨ ਸਜੇ, ਰੋਜ਼ ਹੀ ਇਸੇ ਤਰ੍ਹਾਂ ਦਰਸ਼ਨ ਹੁੰਦੇ। ਅਖੀਰ ਨੂੰ ਪੂਰਨ ਸ਼ਰਧਾਵਾਨ ਹੋ ਕੇ ਕਰਮਸਰ ਦੀ ਪਾਵਨ ਧਰਤੀ ਦਾ ਦੀਦਾਰ ਕੀਤਾ। ਹਜ਼ੂਰ ਦੇ ਪਾਵਨ ਚਰਨਾਂ ਤੇ ਡੰਡੌਤ ਲੰਮੇ ਪੈ ਕੇ ਨਮਸਕਾਰ ਕੀਤੀ। ਉਸ ਸਮੇਂ ਵੀ ਉਹੋ ਹੀ ਇਸ਼ਟ ਦੇ ਦਰਸ਼ਨਾਂ ਦੀ ਝਲਕ ਪਈ। ਚਰਨਾਂ ਤੋਂ ਸਿਰ ਨਾ ਚੁੱਕਿਆ। ਮਹਾਂਪੁਰਸ਼ਾਂ ਨੇ ਆਪ ਆਪਣੇ ਕਰ ਕਮਲਾਂ ਨਾਲ ਸਿਰ ਉੱਚਾ ਕੀਤਾ, ਸੁੱਖ ਆਨੰਦ ਪੁੱਛੀ, ਪਿਆਰ ਨਾਲ ਬਿਠਾਇਆ। ਉਸ ਸਮੇਂ ਇਸਨੇ ਆਪਣੇ ਹੱਥਾਂ ਨਾਲ ਲਿਖੀ ਬਹੁਤ ਲੰਮੇਰੀ ਪੱਤਰਕਾ ਅੱਗੇ ਰੱਖੀ, ਜਿਸ ਵਿੱਚ ਜੋ ਵੀ ਇਸ ਨੂੰ ਦ੍ਰਿਸ਼ਟ ਹੋਏ ਸਨ ਉਹਨਾਂ ਦਾ ਖੋਲ ਕੇ ਜ਼ਿਕਰ ਕੀਤਾ ਸੀ ਅਤੇ ਆਪਣੇ ਹਿਰਦੇ ਦੀ ਭਾਵਨਾ ਵੀ ਇਸ਼ਟ ਰੂਪ ਵਿੱਚ ਵਰਣਨ ਕੀਤੀ ਸੀ। ਨਾਲ ਇਹ ਵੀ ਅਰਜ਼ ਕੀਤੀ, ਦੀਨ ਦਿਆਲ ਜੀ, ਇਹ ਕੀ ਕਾਰਨ ਹੈ? ਆਪ ਇਤਨੀ ਵਿਸ਼ਾਲ ਹਸਤੀ, ਦੁਨੀਆ ਦੇ ਰਹਿਬਰ ਹੋ ਕੇ ਵੀ ਗੁਪਤ ਰੂਪ ਰਹਿ ਕੇ ਸੰਸਾਰ ਦਾ ਭਲਾ ਕਰ ਰਹੇ ਹੋ। ਸੰਤ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ, ਪੰਡਤ ਜੀ, ਵੇਦ ਸ਼ਾਸਤਰ ਤੇ ਹੋਰ ਸਾਰੇ ਧਾਰਮਿਕ ਗ੍ਰੰਥਾਂ ਨੇ ਪਰਮੇਸ਼ਰ ਦਾ ਸਰੂਪ ਰੂਪ ਰੇਖ ਤੋਂ ਰਹਿਤ ਨਿਰਾਕਾਰ ਵਰਣਨ ਕੀਤਾ ਹੈ। ਉਹ ਆਪਣੇ ਭਗਤਾਂ ਦੀ ਭਾਵਨਾ ਅਨੁਸਾਰ ਜਿਹੋ ਜਿਹਾ ਕਿਸੇ ਦਾ ਇਸ਼ਟ ਮੰਨਿਆ ਹੈ ਉਸ ਦੀ ਸ਼ਰਧਾ ਮੁਤਾਬਕ ਦੀਦਾਰ ਬਖਸ਼ਦਾ ਹੈ। ਮੁਸਲਮਾਨੀ ਮੱਤ ਦੇ ਸੂਫੀ ਫਕੀਰਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਰੂਪ ਵਿੱਚ ਦਰਸ਼ਨ ਹੁੰਦਾ ਹੈ। ਉਹ ਹੀ ਈਸਾਈ ਮੱਤ ਦੇ ਪੈਰੋਕਾਰਾਂ ਨੂੰ ਈਸਾ ਮਸੀਹ ਹੋ ਕੇ ਮਿਲਦਾ ਹੈ। ਸਨਾਤਨ ਖਿਆਲੀ ਵੈਸ਼ਨਵ ਭਗਤ ਭਗਵਾਨ ਨੂੰ ਕ੍ਰਿਸ਼ਨ ਜੀ ਤੇ ਰਾਮਚੰਦ ਜੀ ਦੇ ਸਰੂਪ ਵਿੱਚ ਦੇਖਦੇ ਹਨ। ਪਰਮਾਤਮਾ ਇੱਕੋ ਹੈ। ਉਸ ਦਾ ਨਾਮਦੇਵ ਨੂੰ ਅਨੇਕਾਂ ਆਕਾਰਾਂ ਵਿੱਚ ਦੀਦਾਰ ਹੋਇਆ। ਇਸੇ ਤਰ੍ਹਾਂ ਭਗਤ ਧੰਨੇ ਦੀ ਭਾਵਨਾ ਤੇ ਹੱਠ ਦੇ ਕੇ ਪੱਥਰ ਦੇ ਵੱਟੇ ਵਿੱਚੋਂ ਪ੍ਰਗਟ ਹੋਇਆ। ਪ੍ਰਹਿਲਾਦ ਭਗਤ ਨੂੰ ਤੱਤਿਆਂ ਥੰਮਾਂ ਚੋਂ ਬਹੁੜਿਆ। ਇਉਂ ਇਤਿਹਾਸ ਅਤੇ ਭਗਤਾਂ ਦੀ ਜੀਵਨੀ ਵਿੱਚ ਅਨੇਕਾਂ ਪ੍ਰਸੰਗ ਆਉਂਦੇ ਹਨ। ਸੋ ਨਿਰਗੁਣ ਨਿਰੰਕਾਰ ਪ੍ਰਭੂ ਪ੍ਰੇਮਾ ਭਗਤੀ ਦੇ ਅਧੀਨ ਹੈ। ਉਸੇ ਤਰ੍ਹਾਂ ਤੁਹਾਡੀ ਭਾਵਨਾ ਅਨੁਸਾਰ ਤੁਹਾਨੂੰ ਦਰਸ਼ਨ ਹੋਏ। ਇਹ ਪਵਿੱਤਰ ਵਚਨ ਸੁਣ ਕੇ ਪੰਡਤ ਦਾ ਮਨ ਗਦ-ਗਦ ਹੋ ਗਿਆ। ਅਸ਼ਟਾਂਗ ਡੰਡੌਤ ਕਰ ਪ੍ਰਸੰਨ ਚਿੱਤ ਵਾਪਸ ਘਰ ਮੁੜਿਆ। ਬਾਅਦ ਵਿੱਚ ਵੀ ਉਸ ਦੀ ਇਤਨੀ ਸ਼ਰਧਾ ਦੇਖਣ ਵਿੱਚ ਆਈ ਕਿ ਕਈ ਵਾਰੀ ਬੈਰਾਗ ਵਿੱਚ ਆਇਆ ਹਜ਼ੂਰ ਦੀ ਗੱਡੀ ਹੇਠਾਂ ਆ ਕੇ ਆਪਣੇ ਪ੍ਰਾਣ ਤਿਆਗਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਰੋਕਣ ਤੇ ਆਖਣਾ ਕਿ ਇਸ ਪ੍ਰਕਾਰ ਦੀ ਮੌਤ ਤਾਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਵਾਰ। ਜੇਕਰ ਅੰਤ ਸਮੇਂ
ਇਸ ਮਿੱਟੀ ਦੀ ਢੇਰੀ ਤੇ ਆਪਣੇ ਪ੍ਰੀਤਮ ਦੀ ਨਿਗਾਹ ਪੈ ਜਾਵੇ ਤਾਂ ਸਦਾ ਲਈ ਵਿਕੁੰਠ ਦੇ ਬੂਹੇ ਖੁੱਲ੍ਹ ਜਾਵਣਗੇ। ਧੰਨ ਇਹੋ ਜਿਹੇ ਗੁਰਮੁਖ ਭਗਤ ਜਨ। ਉਸ ਦੇ ਮਨ ਦੀ ਸ਼ਰਧਾ ਤੇ ਭਾਵਨਾ ਅੰਤ ਸਮੇਂ ਤੱਕ ਪੂਰਨ ਨਿਭੀ ਰਹੀ ਅਤੇ ਇਉਂ ਆਪਣੇ ਨਾਮ ਪੂਰਨ ਚੰਦ ਨੂੰ ਸਕਾਰਤ ਕਰਕੇ ਪੂਰਨ ਪਦਵੀ ਦਾ ਅਧਿਕਾਰੀ ਬਣ ਗਿਆ। ਪੰਡਤ